ਤਾਂ ਜਿਵੇਂ ਹੁਣ ਕਰਨਾਲ ਦੇ ਵਿੱਚ ਕਿਸਾਨਾਂ ਦਾ ਇਕੱਠ ਵੱਧ ਗਿਆ ਤਾਂ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈ ਸਖਤੀ ਹਲਚਲ ਜਾਨੀ ਕਿ ਹਲਚਲ ਕੀਤੀ ਜਾ ਰਹੀ ਹੈ ਸਿਕਿਉਰਿਟੀ ਨੂੰ ਦੇਖਦੇ ਹੋਏ ਔਰ ਪਹਿਰਾ ਜਿਹੜਾ ਵਧਾਇਆ ਜਾ ਰਿਹਾ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਇੱਥੇ ਕਿਸਾਨ ਇਕੱਠੇ ਹੋ ਚੁੱਕੇ ਨੇ। ਹਰਿਆਣਾ ਤੋਂ ਆਏ ਹੈ, ਵੱਖ-ਵੱਖ ਹਰਿਆਣਾ ਦੇ ਜ਼ਿਲ੍ਹਿਆਂ ਤੋਂ ਆਏ ਹੈ, ਰਾਜਸਥਾਨ ਤੋਂ ਪਹੁੰਚੇ ਨੇ, ਪੰਜਾਬ ਦੀਆਂ ਜਥੇਬੰਦੀਆਂ ਪਹੁੰਚੀਆਂ ਤਾਂ ਥੋੜਾ ਇੰਡੀਕੇਸ਼ਨ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵੀ ਕਿਵੇਂ ਕੰਟਰੋਲ ਕਰਨਾ ਜੇਕਰ ਮਾਹੌਲ ਵਿਗੜਦਾ ਤਾਂ ਇਸੇ ਤਰ੍ਹਾਂ ਦੇ ਨਾਲ ਇੱਕ ਰਾਹ ਜਿਹੜਾ ਹੈ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ। ਬਿਲਕੁਲ ਜੋ ਇਹ ਰਾਹ ਹੈ ਇਸ ਦੇ ਆਪਾਂ ਜੇਕਰ ਖੱਬੇ ਦੇਖਦੇ ਹਾਂ ਤਾਂ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ। ਤੁਹਾਨੂੰ ਅਸੀਂ ਅੱਗੇ ਤੱਕ ਦਿਖਾਵਾਂਗੇ। ਫਿਲਹਾਲ ਜਿਹੜਾ ਹੈ ਇੱਥੇ ਹੁਣ ਸਿਕਿਉਰਿਟੀ ਦੇ ਤੌਰ ਦੇ ਉੱਪਰ ਜਿਹੜਾ ਹੈ ਉਹ ਫੋਰਸਿਸ ਨੂੰ ਤੈਨਾਤ ਕਰ ਦਿੱਤਾ ਗਿਆ, ਅੱਗੇ ਲੈ ਕੇ ਜਾ ਰਹੇ ਨੇ ਔਰ ਇਹ ਜਿਹੜਾ ਹੁਣ ਇੱਥੋਂ ਇਨ ਦਾ ਰਸਤਾ ਇੱਥੋਂ ਸਿਰਫ ਆ ਸਕਦੇ ਆ ਪਰ ਇੱਥੋਂ ਬਾਹਰ ਜਾਣ ਦਾ ਰਸਤਾ ਨਹੀਂ ਹੈ। ਬਾਹਰ ਜਾਣ ਦਾ ਰਸਤਾ ਇਸ ਦੇ ਬਿਲਕੁਲ ਜਿੱਧਰ ਨੂੰ ਇਹ ਮੁਲਾਜ਼ਮ ਚੱਲੇ ਨੇ, ਜਿੱਧਰ ਨੂੰ ਜਵਾਨ ਚੱਲੇ ਨੇ ਉਸ ਸਾਈਡ ਤੇ ਹੈ ਔਰ ਜੋ ਉਹ ਰਸਤਾ ਜਿੱਥੇ ਆਊਟ ਹੈ ਉਹ ਬਿਲਕੁਲ ਬਾਹਰ ਜਾ ਕੇ ਨਿਕਲਦਾ ਉਹ ਉਸ ਨੂੰ ਦੇਖਦੇ ਹੋਏ ਕਿ ਜਿਵੇਂ ਹੁਣ ਇੱਥੇ ਲਗਾਤਾਰ ਕਿਸਾਨ ਪਹੁੰਚ ਰਹੇ ਨੇ, ਹਾਲੇ ਤੱਕ ਪਹੁੰਚ ਰਹੇ ਨੇ। ਪਹਿਲਾਂ ਜੇਕਰ ਅਸੀਂ ਸਵੇਰੇ 11 ਵਜੇ ਤੱਕ ਦੀ ਤਸਵੀਰ ਦਿਖੀ ਯਾਨੀ ਕਿ ਅੱਜ ਤੋਂ 2 ਘੰਟੇ ਪਹਿਲਾਂ ਜੇਕਰ ਅਸੀਂ ਤਸਵੀਰ ਦੇਖਦੇ ਹਾਂ ਤਾਂ ਇੰਨਾ ਰਸ਼ ਨਹੀਂ ਸੀ, ਇੰਨੇ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਹੀਂ ਸੀ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਤੱਕ ਵੀ ਆ ਰਹੇ ਨੇ ਝੰਡੇ ਕਿਸਾਨ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ, ਹਾਲੇ ਤੱਕ ਪੈਦਲ ਚੱਲ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿਸਾਨ ਪਹੁੰਚ ਰਹੇ ਨੇ ਔਰ ਇਹ ਬਿਲਕੁਲ ਸਾਹਮਣੇ ਜਿਹੜਾ ਰਸਤਾ ਆ ਰਿਹਾ ਇਹ ਸਿਰਫ ਐਂਟਰੀ ਪੁਆਇੰਟ ਹੈ। ਇੱਥੋਂ ਸਿਰਫ ਤੁਸੀਂ ਐਂਟਰ ਕਰ ਸਕਦੇ ਹੋ, ਇੱਥੇ ਐਗਜ਼ਿਟ ਨਹੀਂ ਹੈ। ਐਗਜ਼ਿਟ ਜਿਹੜਾ ਬਾਹਰ ਜਾਣ ਦਾ ਰਸਤਾ ਇਸ ਤੋਂ ਬਿਲਕੁਲ ਲਾਸਟ ਤੇ ਜਾ ਕੇ ਜੋ ਇਹ ਜਿੱਥੇ ਨੂੰ ਲੋਕ ਜਾ ਰਹੇ ਨੇ ਇਹਦੇ ਬਿਲਕੁਲ ਲਾਸਟ ਤੇ ਜਾ ਕੇ ਤਾਂ ਦੂਸਰੇ ਪਾਸੇ ਜਿਹੜਾ ਡਬਲ ਰਸਤਾ ਸੀ ਉਸ ਨੂੰ ਵੀ ਹੁਣ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ। ਟਰੱਕ ਲਗਾ ਦਿੱਤੇ ਗਏ ਨੇ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ ਔਰ ਜਿੱਥੋਂ ਤੱਕ ਇਹ ਲੱਗ ਰਿਹਾ ਕਿ ਜੇਕਰ ਕਿਸਾਨ ਅੱਗੇ ਵੱਧਦੇ ਆ ਤਾਂ ਇਸ ਰਸਤੇ ਤੋਂ ਕਮ ਸੇ ਕਮ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ। ਫੋਰਸ ਵੀ ਤੈਨਾਤ ਹੈ ਇੱਥੇ ਹੋਰ ਮੌਕੇ ਦੇ ਲਿਹਾਜ਼ ਨੂੰ ਦੇਖਦੇ ਹੋਏ ਵਧਾਈ ਜਾ ਸਕਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਟਰਾਲਾ ਸਾਹਮਣੇ ਵਾਈਟ ਟਰਾਲਾ ਲੱਗਾ ਹੋਇਆ, ਚਿੱਟਾ ਸਫੈਦ ਟਰਾਲਾ ਲਗਾਇਆ ਗਿਆ, ਦੂਸਰੇ ਪਾਸੇ ਹੁਣ ਇੱਕ ਹੋਰ ਟਰਾਲਾ ਲਗਾਇਆ ਜਾ ਰਿਹਾ। ਇਸੇ ਤਰ੍ਹਾਂ ਆਪਾਂ ਅੱਗੇ ਹੀ ਵਧਦੇ ਤੁਹਾਨੂੰ ਅੱਗੇ ਵੀ ਦੱਸਦੇ ਹਾਂ ਵੀ ਕਿਵੇਂ ਰਸਤੇ ਨੂੰ ਪੂਰੇ ਤਰ੍ਹਾਂ ਦੇ ਨਾਲ ਬਲੌਕ ਕੀਤਾ ਹੋਇਆ। ਤਾਂ ਸਿਕਿਉਰਿਟੀ ਫੋਰਸ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਤੈਨਾਤ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਨਾ ਵਾਪਰੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਇੱਥੇ ਤੈਨਾਤੀ ਕੀਤੀ ਗਈ ਹੈ। ਭਾਰੀ ਪੁਲਿਸ ਫੋਰਸ ਤੈਨਾਤ ਕੀਤਾ ਗਿਆ। ਤਕਰੀਬਨ 40 ਦੇ ਕਰੀਬ ਜਿਹੜੀਆਂ ਇੱਥੇ ਕੰਪਨੀਆਂ ਤੈਨਾਤ ਕੀਤੀਆਂ ਹੋਈਆਂ ਨੇ ਔਰ ਸਾਹਮਣੇ ਦੇਖ ਸਕਦੇ ਹੋ ਕਿ ਰਸਤੇ ਨੂੰ ਪੂਰਨ ਤੌਰ ਤੇ ਬਲੌਕ ਕੀਤਾ ਹੋਇਆ। ਇੱਧਰ ਮਹਿਲਾ ਸਟਾਫ ਵੀ ਹੈ ਤਾਂ ਇਸੇ ਤਰ੍ਹਾਂ ਸਾਹਮਣੇ ਤੁਸੀਂ ਦੇਖ ਸਕਦੇ ਇਹ ਰਸਤਾ ਪੂਰਨ ਤੌਰ ਤੇ ਬਲੌਕ ਹੈ। ਇਸੇ ਤਰ੍ਹਾਂ ਇਸ ਰਸਤੇ ਨੂੰ ਵੀ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਐਗਜ਼ਿਟ ਪੁਆਇੰਟ ਇੱਥੇ ਨਹੀਂ ਰੱਖਿਆ ਹੋਇਆ। ਐਗਜ਼ਿਟ ਪੁਆਇੰਟ ਬਿਲਕੁਲ ਦੂਰ ਤੱਕ ਜਿਹੜਾ ਸਾਹਮਣੇ ਰਸਤਾ ਜਿਹੜਾ ਜਾਂਦਾ ਹੈ ਇੱਧਰ ਨੂੰ ਐਗਜ਼ਿਟ ਪੁਆਇੰਟ ਹੈ। ਜੇਕਰ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਜਿੱਧਰ ਨੂੰ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਵੈਨ ਹੈ ਜਿੱਧਰ ਨੂੰ ਵੈਨ ਗਈ ਇੱਕ ਸ਼ਾਇਦ ਤੁਹਾਨੂੰ ਤਸਵੀਰ ਥੋੜੀ ਜੀ ਬਲਰ ਦਿਖਾਈ ਦੇਵੇ। ਲੋਕ ਜਿੱਧਰ ਨੂੰ ਆ ਰਹੇ ਨੇ ਇਸ ਖੱਬੇ ਹੱਥ ਜਿਹੜਾ ਹੈ ਪੰਡਾਲ ਲੱਗਿਆ ਹੋਇਆ ਤਾਂ ਪੰਡਾਲ ਦੇ ਬਿਲਕੁਲ ਓਪੋਜਿਟ ਐਗਜ਼ਿਟ ਪੁਆਇੰਟ ਬਣਾਇਆ ਹੋਇਆ ਤਾਂ ਜਿੱਥੇ ਦੇਖ ਸਕਦੇ ਹੋ ਤੁਸੀਂ ਲੋਕ ਕਿਵੇਂ ਆ ਜਾ ਰਹੇ ਨੇ ਔਰ ਇਸੇ ਤਰ੍ਹਾਂ ਦੇ ਨਾਲ ਐਗਜ਼ਿਟ ਪੁਆਇੰਟ ਇੱਥੇ ਨਹੀਂ ਹੈ। ਇਸ ਕਰਕੇ ਇਹ ਜਿਹੜਾ ਰਸਤਾ ਹੈ ਕਿਸਾਨਾਂ ਨੇ ਪਹਿਲਾਂ ਕੋਲ ਦਿੱਤੀ ਹੋਈ ਸੀ ਕਿ ਅਸੀਂ ਜਿਹੜਾ ਸੈਕਟਰੀਏਟ ਦਾ ਘਿਰਾਓ ਕਰਨਾ ਤਾਂ ਸੈਕਟਰੀਏਟ ਦਾ ਘਿਰਾਓ ਫਿਲਹਾਲ ਹਾਲ ਦੀ ਘੜੀ ਜਿਹੜਾ ਹੈ ਉਹ ਫੈਸਲਾ ਨਹੀਂ ਲਿਆ ਗਿਆ। ਸੰਯੁਕਤ ਮੋਰਚੇ ਦੀ ਸਟੇਜ ਤੋਂ ਅਜਿਹਾ ਕੋਈ ਐਲਾਨ ਨਹੀਂ ਹੋਇਆ ਪਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜਾ ਇਸ ਤੋਂ ਬਾਅਦ ਜਿਹੜਾ ਹੁਣ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ 11 ਮੈਂਬਰੀ ਕਮੇਟੀ ਜਿਹੜੀ ਆ ਉਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੇਗੀ ਕਿਉਂਕਿ ਜੋ ਲਾਠੀ ਚਾਰਜ ਹੋਇਆ ਪਿੱਛੇ ਵਿਜ਼ੂਅਲ ਦਿਖਾਏ ਜਾ ਤਿਆਰ ਕੇ ਆਇਆ ਅੱਗੇ ਆ ਜਾਓ। ਇਸੇ ਤਰ੍ਹਾਂ ਜਿਹੜਾ ਰਸਤਾ ਹੈ ਉਹ ਦੇਖ ਸਕਦੇ ਹੋ ਬੈਰੀਕੇਡ ਕਰ ਦਿੱਤੇ ਗਏ ਨੇ। ਵਾਟਰ ਕੈਨਨ ਦਾ ਵੀ ਜਿਹੜਾ ਹੈ ਇੱਥੇ ਲਿਆ ਦਿੱਤਾ ਗਿਆ। ਅਸੀਂ ਤੁਹਾਨੂੰ ਸਮਝਾ ਰਹੇ ਸੀ ਕਿ ਰਸਤਾ ਜਿਹੜਾ ਰਸਤਾ ਹੈ ਉਹ ਕਿਵੇਂ ਹੈ
ਇਹ ਬਿਲਕੁਲ ਰਸਤਾ ਜਿਹੜਾ ਹੈ ਸੈਕਟਰੀਏਟ ਨੂੰ ਜਾਂਦਾ। ਫਿਲਹਾਲ ਜਿਹੜਾ ਕਿਸਾਨਾਂ ਦੀ ਜੋ 11 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਚਿਹਰੇ ਜਿਹੜੇ ਸ਼ਾਮਲ ਕੀਤੇ ਗਏ ਨੇ, ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨਗੇ। ਪ੍ਰਸ਼ਾਸਨ ਦੇ ਅੱਗੇ ਕਿਸਾਨ ਮੰਗ ਕਰ ਰਹੇ ਨੇ ਕਿ ਜਿਹੜਾ ਲਾਠੀ ਚਾਰਜ ਕਰਨਾਲ ਦੇ ਵਿੱਚ ਕੀਤਾ ਗਿਆ ਸੀ, ਪੁਲਿਸ ਵੱਲੋਂ ਇਲਜ਼ਾਮ ਹੈ ਕਿ ਤਸ਼ੱਦਦ ਢਾਇਆ ਗਿਆ ਕਿਸਾਨਾਂ ਦੇ ਉੱਪਰ। ਇਸ ਦੌਰਾਨ ਜੋ ਇੱਕ ਕਿਸਾਨ ਦੀ ਮੌਤ ਹੋਈ ਹੈ, ਜ਼ਖਮਾਂ ਦੀ ਜੋ ਗਹਿਰੇ ਜ਼ਖਮਾਂ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ, ਤਾਂ ਉਸ ਦਾ ਮੁਆਵਜ਼ਾ ਲੈਣ ਦੇ ਲਈ ਅਤੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਜਿਨ੍ਹਾਂ ਨੇ ਲਾਠੀ ਚਾਰਜ ਦੇ ਆਦੇਸ਼ ਦਿੱਤੇ ਸਨ, ਔਰ ਜ਼ਖਮੀ ਕਿਸਾਨ ਜੋ ਇਸ ਲਾਠੀ ਚਾਰਜ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਦੇ ਲਈ ਇਹ ਜਿਹੜਾ ਅੱਜ ਦਾ ਮਹਾ ਪੰਚਾਇਤ ਬੁਲਾਈ ਗਈ ਹੈ। ਔਰ ਇਸ ਮਹਾ ਪੰਚਾਇਤ ਦੇ ਵਿੱਚ ਜੋ ਕਿਸਾਨ ਇਸ ਪੁਲਿਸ ਦੀ ਲਾਠੀ ਚਾਰਜ ਦੌਰਾਨ ਮਾਰਿਆ ਗਿਆ ਸੀ, ਉਸ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਮੁਆਵਜ਼ਾ, ਆਰਥਿਕ ਤੌਰ ਤੇ ਮੁਆਵਜ਼ਾ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ, ਮੰਗ ਕੀਤੀ ਗਈ ਹੈ। ਤਾਂ ਇਹ ਸੰਯੁਕਤ ਕਿਸਾਨ ਮੋਰਚੇ ਦਾ ਹੁਣ ਫੈਸਲਾ, ਇਸ ਦੇ ਉੱਪਰ ਅੱਜ ਗੱਲਬਾਤ ਕੀਤੀ ਜਾ ਰਹੀ ਹੈ। ਤਾਂ ਦੂਸਰੇ ਪਾਸੇ ਜਿਹੜਾ ਹੈ ਉਹ ਮਾਹੌਲ ਨੂੰ ਕਿਵੇਂ ਕੰਟਰੋਲ ਕਰਨਾ, ਇਸ ਨੂੰ ਲੈ ਕੇ ਵੀ ਜਿਹੜਾ ਹੈ ਪ੍ਰਸ਼ਾਸਨ, ਪੁਲਿਸ ਜਿਹੜੀ ਹੈ ਉਹ ਲਗਾਤਾਰ ਜਵਾਨਾਂ ਦੇ ਨਾਲ ਗੱਲਬਾਤ ਕਰ ਰਹੇ ਹੈ, ਔਰ ਲਗਾਤਾਰ ਇੰਡੀਕੇਸ਼ਨ ਦਿੱਤਾ ਜਾ ਰਿਹਾ ਕਿ ਜੇਕਰ ਮਾਹੌਲ ਵਿਗੜਦਾ ਤਾਂ ਕਿਵੇਂ ਕੰਟਰੋਲ ਕਰਨਾ। ਤੇ ਇਸੇ ਤਰ੍ਹਾਂ ਦੇ ਨਾਲ ਅਸੀਂ ਦੂਸਰੀ ਸਾਈਡ ਤੇ ਵੀ ਤੁਹਾਨੂੰ ਦਿਖਾਉਂਦੇ ਹਾਂ। ਦੂਸਰੀ ਸਾਈਡ ਤੇ ਜਿਹੜੀ ਹੈ RAF ਦੀ ਟੀਮਾਂ ਤੈਨਾਤ ਨੇ, ਉਹ ਡਿਪਲੋਇਮੈਂਟ ਕੀਤਾ ਗਿਆ। ਇਸ ਪੂਰਾ ਬੈਰੀਕੇਡ ਕੀਤਾ ਹੋਇਆ ਇਸ ਏਰੀਏ ਨੂੰ, ਕਿਸੇ ਵੀ ਤਰ੍ਹਾਂ ਕੋਈ ਕਿਸਾਨ ਇਸ ਰਸਤੇ ਨਾ ਆਵੇ। ਅਸੀਂ ਤੁਹਾਨੂੰ ਅੱਗੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਬੈਰੀਕੇਡ ਕੀਤਾ ਹੋਇਆ ਔਰ ਰਸਤਾ ਪੂਰਨ ਤੌਰ ਤੇ ਬਲੌਕ ਕੀਤਾ ਗਿਆ। 3 ਲੇਅਰ ਦੇ ਵਿੱਚ ਜਿਹੜੀ ਸਿਕਿਉਰਿਟੀ ਹੋਵੇਗੀ। ਸਭ ਤੋਂ ਪਹਿਲਾਂ ਜੇਕਰ ਅਜਿਹੀ ਕੋਈ ਅਨਾਉਂਸਮੈਂਟ ਆਉਂਦੀ ਹੈ ਕਿ ਅਸੀਂ ਕਿਉਂਕਿ ਇਹ ਰਸਤਾ ਇੱਕ ਵਾਰ ਮੈਂ ਤੁਹਾਨੂੰ ਸਾਫ਼ ਦਿਖਾ ਦਿੰਦਾ, ਇਹ ਜਿਹੜਾ ਰਸਤਾ ਆ ਇਹ ਜਾਂਦਾ ਆ ਸੈਕਟਰੀਏਟ ਨੂੰ, ਅੰਬਾਲਾ ਸ਼ਹਿਰ ਇੱਧਰ ਸੈਕਟਰੀਏਟ ਨੂੰ ਜਾਂਦਾ। ਕਰਨਾਲ ਦੇ ਜ਼ਿਲ੍ਹਾ ਪ੍ਰਸ਼ਾਸਨ ਜੋ ਵੀ ਇੱਥੇ ਦਫ਼ਤਰ ਹੈਗੇ ਇਸ ਰੂਟ ਦੇ ਉੱਪਰ ਜਾਂਦਾ, ਔਰ ਇਹ ਰੂਟ ਜਿਹੜਾ ਆ 6 ਕਿਲੋਮੀਟਰ ਇੱਥੋਂ ਜੇਕਰ ਅਸੀਂ ਖੱਬੇ ਪਾਸੇ ਮੁੜ ਜਾਂਦੇ ਹਾਂ, ਅੱਗੇ ਜਾ ਕੇ ਚੌਂਕ ਤੋਂ ਖੱਬੇ ਪਾਸੇ ਮੁੜ ਜਾਂਦੇ ਹਾਂ, ਤਾਂ ਇਹ ਜਿਹੜਾ ਰਸਤਾ ਹੈ ਇਹ ਜਿਹੜਾ ਰਸਤਾ ਇਹ ਜਾਵੇਗਾ ਤਕਰੀਬਨ 6 ਕਿਲੋਮੀਟਰ ਦਾ ਰਸਤਾ ਜੋ ਸੈਕਟਰੀਏਟ ਪਹੁੰਚਾਵੇਗਾ। ਇਸੇ ਤਰੀਕੇ ਦੇ ਨਾਲ ਇਸ ਰਸਤੇ ਨੂੰ ਬਲੌਕ ਕਰ ਦਿੱਤਾ ਗਿਆ ਜਿੱਥੇ ਅਸੀਂ ਖੜੇ ਹਾਂ। ਔਰ ਤੁਹਾਨੂੰ ਅਸੀਂ ਲੇਅਰਿੰਗ ਦਾ ਵੀ ਦੱਸਦੇ, ਜੇਕਰ ਕੋਈ ਸੰਯੁਕਤ ਮੋਰਚੇ ਵੱਲੋਂ ਜਾਂ ਫਿਰ ਸਟੇਜ ਦੇ ਉੱਪਰ ਕੋਈ ਅਜਿਹੀ ਅਨਾਉਂਸਮੈਂਟ ਹੁੰਦੀ ਹੈ ਕਿ ਅਸੀਂ ਕੂਚ ਕਰਨਾ ਸੈਕਟਰੀਏਟ ਵੱਲ, ਤਾਂ ਉਸ ਦੇ ਲਈ ਜੋ ਇੱਥੇ ਪ੍ਰਬੰਧ ਕੀਤੇ ਹੋਏ ਨੇ ਉਹ ਤੁਹਾਨੂੰ ਅਸੀਂ ਗਰਾਊਂਡ ਜ਼ੀਰੋ ਤੋਂ ਦਿਖਾਉਂਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਹੈ ਬੈਰੀਕੇਡਿੰਗ ਹੋਏਗੀ, ਉਹ ਟਰੱਕ ਲਗਾਏ ਹੋਏ ਨੇ, ਟਰੱਕ ਲਗਾਏ ਹੋਏ ਨੇ, ਟਰਾਲੇ ਲਗਾਏ ਹੋਏ ਨੇ। ਟਰਾਲਿਆਂ ਤੋਂ ਬਾਅਦ ਜਾਂ ਟਰਾਲਿਆਂ ਤੋਂ ਅੱਗੇ ਵੀ ਇੱਕ ਫੋਰਸ ਤੈਨਾਤ ਕੀਤੀ ਜਾਵੇਗੀ। ਇਸੇ ਤਰੀਕੇ ਦੇ ਨਾਲ ਜਿਹੜਾ ਹੈ ਪੂਰਨ ਤੌਰ ਤੇ ਤਾਂ ਜੋ ਕੋਈ ਗੱਡੀਆਂ ਦਾ ਕਾਫਲਾ ਅੱਗੇ ਨਾ ਵੱਧ ਸਕੇ, ਔਰ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਬਲੌਕ ਕਰ ਦਿੱਤਾ ਗਿਆ ਰਸਤੇ ਨੂੰ। ਹੈਵੀ ਸਿਕਿਉਰਿਟੀ ਦੇਖਿਆ ਜਾਵੇ ਤਾਂ ਤੈਨਾਤ ਕੀਤੀ ਹੋਈ ਹੈ। ਤੇ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿੰਨੇ ਤਕਰੀਬਨ ਜਿੰਨੇ ਵੀ ਇੱਥੇ ਟਰੱਕ ਨੇ, 1 2 3 4 5 ਟਰੱਕ ਹੈ। ਕੈਮਰੇ ਦੇ ਵਿੱਚ ਤੁਹਾਨੂੰ ਹੌਲੀ ਹੌਲੀ ਤਸਵੀਰ ਸਮਝਾਵਾਂਗੇ ਕਿਵੇਂ ਇੱਥੇ ਤੈਨਾਤ ਕੀਤੇ ਗਏ ਨੇ। 5 ਟਰੱਕ ਪਹਿਲਾਂ ਲਗਾਏ ਹੋਏ ਨੇ, ਇਹਨਾਂ ਦੇ ਅੱਗੇ 5 ਟਰੱਕ ਲਗਾਏ ਗਏ ਨੇ। ਸਭ ਤੋਂ ਪਹਿਲਾਂ ਅੱਗੇ ਪੁਲਿਸ ਫੋਰਸ ਵੀ ਤੈਨਾਤ ਹੈ। ਇਹ ਜਿਹੜਾ ਰਸਤਾ ਬਿਲਕੁਲ ਸਾਹਮਣੇ ਤੋਂ ਜਿਹੜਾ ਅਸੀਂ ਗੱਲ ਕਰ ਰਹੇ ਸੀ, ਇਹ ਪੰਡਾਲ ਨੂੰ ਜਾਂਦਾ ਜਿੱਥੇ ਮਹਾ ਪੰਚਾਇਤ ਹੋ ਰਹੀ ਹੈ। ਜੇਕਰ ਕੋਈ ਅਜਿਹੀ ਕਾਲ ਆਉਂਦੀ ਹੈ ਤਾਂ ਇਸ ਰਸਤੇ ਤੋਂ ਹੀ ਜਿਹੜਾ ਹੈ ਉਹ ਕਿਸਾਨ ਆਉਣਗੇ, ਲੋਕ ਇੱਧਰੋਂ ਆਉਣਗੇ, ਤਾਂ ਇੱਥੇ ਪੁਲਿਸ ਦੇ ਨਾਲ ਬੈਰੀਕੇਡਿੰਗ ਦਾ ਮੁਕਾਬਲਾ ਹੋਵੇਗਾ। ਤਾਂ ਇਸ ਲੇਅਰ ਦੇਖ ਸਕਦੇ ਹੋ ਟਰੱਕ ਜਿਹੜੇ ਆ ਉਹ ਪਾਰਕ ਖੜੇ ਕੀਤੇ ਜਾ ਰਹੇ ਹੈ ਕਿ ਕਾਫਲਾ ਕੋਈ ਵੀ ਅੱਗੇ ਨਾ ਵੱਧ ਸਕੇ। ਤਾਂ 1 2 3 4 5 ਦੇ ਕਰੀਬ ਵੱਡੇ ਟਰਾਲੇ ਜਿਹੜੇ ਆ ਉਹ ਖੜੇ ਕੀਤੇ ਹੋਏ ਨੇ। ਇਸੇ ਤਰ੍ਹਾਂ ਅਸੀਂ ਅੱਗੇ ਵੀ ਵੱਧਦੇ ਹਾਂ ਤੇ ਇੱਥੇ ਜਿਹੜੀ ਹੈ ਸਭ ਤੋਂ ਪਹਿਲਾਂ ਫਰੰਟ ਲਾਈਨ ਦੇ ਉੱਪਰ ਪੁਲਿਸ ਦੇ ਨਾਲ ਵੀ ਜਿਹੜਾ ਪੁਲਿਸ ਨੇ ਕੰਟਰੋਲ ਕੀਤਾ ਹੋਵੇਗਾ। ਪੁਲਿਸ ਨੇ ਕੰਟਰੋਲ ਕੀਤਾ ਹੋਵੇਗਾ। ਫਿਰ ਉਸ ਤੋਂ ਬਾਅਦ ਦੂਸਰੀ ਸਿਕਿਉਰਿਟੀ ਜੇਕਰ ਦੇਖਿਆ ਜਾਵੇ ਤਾਂ ਰੋਕਣ ਦੇ ਲਈ ਉਸ ਕਾਫਲੇ ਨੂੰ ਪੁਲਿਸ ਯਾਨੀ ਕਿ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। ਤਾਂ ਦੇਖ ਸਕਦੇ ਹੋ ਇੱਕ ਟਰੱਕ ਇਹ ਵਾਲਾ, ਇੱਕ ਟਰਾਲਾ, ਇੱਕ ਦੂਸਰਾ ਟਰਾਲਾ, ਤੀਸਰਾ ਟਰਾਲਾ, ਯਾਨੀ ਕਿ ਇੱਥੇ 3 ਹੋ ਗਏ। ਇਸ ਦੇ ਨਾਲ ਹੀ ਦੂਸਰੀ ਸਾਈਡ ਤੇ ਆਪਾਂ ਤੁਹਾਨੂੰ ਹੋਰ ਦਿਖਾਉਂਦੇ ਹਾਂ ਕਿ ਪੁਲਿਸ ਨੇ ਕਿਵੇਂ ਪ੍ਰਬੰਧ ਕੀਤਾ ਹੋਇਆ। ਤਾਂ ਇੱਕ
ਇਹ ਵਾਲਾ ਟਰਾਲਾ ਇਸ ਨੂੰ ਵੀ ਮੂਵ ਕੀਤਾ ਜਾ ਸਕਦਾ। ਫਿਲਹਾਲ ਇਸ ਨੂੰ ਸਾਈਡ ਤੇ ਲਗਾਇਆ ਹੋਇਆ, 3 ਪਿੱਛੇ ਲੱਗੇ ਹੋਏ ਸੀ, ਚੌਥਾ ਇਹ ਵਾਲਾ ਟਰਾਲਾ ਲੱਗਾ, ਪੰਜਵਾਂ ਉਹ ਵਾਲਾ ਟਰਾਲਾ ਲੱਗਾ, ਯਾਨੀ ਕਿ 5 ਬਲੌਕ ਕਰਨ ਦੇ ਰਸਤੇ ਬਲੌਕ ਕਰਨ ਦੇ ਲਈ 5 ਟਰਾਲੇ ਖੜੇ ਕੀਤੇ ਹੋਏ ਨੇ। 6ਵਾਂ ਇਹ ਜੇਕਰ ਜ਼ਰੂਰਤ ਪੈਂਦੀ ਹੈ ਜਾਂ ਉਸ ਸਾਈਡ ਤੇ ਲਗਾਉਣਾ ਤਾਂ ਉਸ ਨੂੰ ਵੀ ਕਵਰ ਕੀਤਾ ਹੋਇਆ। ਤੇ ਇਸੇ ਤਰ੍ਹਾਂ ਅਸੀਂ ਅੱਗੇ ਵੀ ਵਧਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਕੋਈ ਕਿਸਾਨ ਪੈਦਲ ਆਇਆ ਜਾਂ ਇਸ ਤੋਂ ਅੱਗੇ ਨਿਕਲ ਜਾਂਦਾ ਹੈ ਤਾਂ ਫਿਰ ਤੁਹਾਨੂੰ ਕਰਨਾਲ ਪੁਲਿਸ ਦੀ ਸਿਕਿਉਰਿਟੀ ਮਿਲ ਜਾਵੇਗੀ। ਇੱਥੇ ਬੈਰੀਕੇਡ ਕੀਤੀ ਹੋਈ ਹੈ, 3 ਲੇਅਰ ਦੇ ਵਿੱਚ ਬੈਰੀਕੇਡਿੰਗ ਹੋਵੇਗੀ ਤੇ ਉਸ ਦੇ ਬੈਰੀਕੇਡ ਦੇ ਪਿੱਛੇ ਆਰਐਫ ਸੀਆਰਪੀ ਦੀ ਟੀਮਾਂ ਜਿਹੜੀਆਂ ਮੌਜੂਦ ਰਹਿਣਗੀਆਂ। ਉਸ ਤੋਂ ਪਿੱਛੇ ਪੁਲਿਸ ਫੋਰਸ ਤੈਨਾਤ ਰਹੇਗਾ ਤੇ ਨਾਲ ਹੀ ਵਾਟਰ ਕੈਨਨ ਦੀ ਗੱਡੀ ਵੀ ਇੱਥੇ ਲੱਗੀ ਹੋਈ ਹੈ ਤੇ ਜੇਕਰ ਕੋਈ ਜ਼ਿਆਦਾ ਹਿੰਸਾ ਹੁੰਦੀ ਹੈ ਤਾਂ ਉਹਨਾਂ ਨੂੰ ਆਰਜੀ ਤੌਰ ਦੇ ਉੱਪਰ ਜੇਲ੍ਹ ਦੇ ਵਿੱਚ ਵੀ ਲੈ ਕੇ ਜਾਇਆ ਜਾ ਸਕਦਾ, ਯਾਨੀ ਕਿ ਉਹਨਾਂ ਨੂੰ ਹਿਰਾਸਤ ਵਿੱਚ ਵੀ ਜੇਕਰ ਹੁਕਮ ਮਿਲਦੇ ਆ ਤਾਂ ਉਹਨਾਂ ਨੂੰ ਹਿਰਾਸਤ 'ਚ ਲੈ ਕੇ ਜਾਣ ਦੇ ਲਈ ਬੱਸਾਂ ਦਾ ਵੀ ਇੱਥੇ ਪ੍ਰਬੰਧ ਕੀਤਾ ਹੋਇਆ। ਤਾਂ ਇਹ 3 ਲੇਅਰ ਦੇ ਜਿਹੜੇ ਬੈਰੀਕੇਡਿੰਗ ਹੋਈ ਹੈ ਉਸ ਤੋਂ ਬਾਅਦ ਫੋਰਸਿਸ ਤੈਨਾਤ ਕੀਤੀਆਂ ਗਈਆਂ ਨੇ। ਤਾਂ ਇਸ ਤੋਂ ਇਲਾਵਾ ਹੁਣ ਜੇਕਰ ਕੋਈ ਅਜਿਹਾ ਕਾਲ ਹੁੰਦੀ ਹੈ ਸਟੇਜ ਦੇ ਉੱਪਰੋਂ ਕਿ ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਸੈਕਟਰੀਏਟ ਨੂੰ ਦਾ ਘਿਰਾਓ ਕਰਨਾ, ਫਿਲਹਾਲ ਇਹ ਨੌਬਤ ਕਹਿੰਦੇ ਵੀ ਨਾ ਆਵੇ, ਪਰ ਜੇਕਰ ਗੱਲਬਾਤ ਨਹੀਂ ਬਣਦੀ ਕਿਉਂਕਿ ਜਿਹੜੀ 11 ਮੈਂਬਰੀ ਕਮੇਟੀ ਅਸੀਂ ਅੱਗੇ ਵੀ ਦਿਖਾਣੇ ਤੁਹਾਨੂੰ, ਜਿਹੜੀ 11 ਮੈਂਬਰੀ ਕਮੇਟੀ ਬਣੀ ਹੈ ਉਹ ਗੱਲਬਾਤ ਕਰ ਰਹੀ ਹੈ। 11 ਮੈਂਬਰੀ ਕਮੇਟੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰ ਰਹੀ ਹੈ, ਉਸ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ, ਉਸ ਦਾ ਨਤੀਜਾ ਕੀ ਨਿਕਲਦਾ ਹੈ ਇਹ ਦੇਖਣਾ ਹੋਵੇਗਾ ਕਿਉਂਕਿ ਮੰਗ ਕਰ ਰਹੇ ਨੇ ਕਿ 50 ਲੱਖ ਰੁਪਏ ਮੁਆਵਜ਼ਾ ਤੇ ਜਿਸ ਕਿਸਾਨ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਤਾਂ ਫੋਰਸਿਸ ਪੂਰੀ ਤਰ੍ਹਾਂ ਦੇ ਨਾਲ ਤੈਨਾਤ ਹੈ। ਜੇਕਰ ਕੋਈ ਅਜਿਹਾ ਹੁੰਦਾ ਬੈਰੀਕੇਡ ਵੱਧ ਜ਼ਿਆਦਾ ਤੌਰ ਦੇ ਉੱਪਰ ਲਗਾਏ ਗਏ ਨੇ ਤਾਂ ਫੋਰਸਿਸ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਤੈਨਾਤ ਨੇ। ਇਸੇ ਤਰ੍ਹਾਂ ਬਾਹਰ ਵੀ ਜਿਹੜਾ ਆ ਇੱਕ ਵਾਰ ਅਸੀਂ ਇਸ ਚੀਜ਼ ਤੋਂ ਬਾਹਰ ਤੁਹਾਨੂੰ ਦਿਖਾਉਂਦੇ ਤਸਵੀਰਾਂ, ਉਮੀਦ ਕਰਦੇ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਕਿਵੇਂ ਇੱਥੇ ਕੀਤੀ ਹੋਈ ਹੈ। ਔਰ ਐਂਬੂਲੈਂਸ ਜੇਕਰ ਕੋਈ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਦਾ ਪ੍ਰਬੰਧ ਵੀ ਕੀਤਾ ਹੋਇਆ, ਯਾਨੀ ਕਿ ਪੁਲਿਸ ਨੇ ਇਹ ਜਿਹੜੀ ਹੈ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਹੋਇਆ। ਜੇਕਰ ਕੋਈ ਅਜਿਹੇ ਹੁੰਦਾ ਹੈ ਤਾਂ ਇਹ ਰੋਡ ਵੀ ਜਿਹੜਾ ਪੂਰਨ ਤੌਰ ਤੇ ਬਲੌਕ ਕਰ ਦਿੱਤਾ ਜਾਵੇਗਾ, ਡਾਇਵਰਟ ਪਹਿਲਾਂ ਹੀ ਡਾਇਵਰਟ ਕਰ ਦਿੱਤਾ ਗਿਆ। ਕਰਨਾਲ ਦਿੱਲੀ ਜਿਹੜਾ ਦਿੱਲੀ ਨੂੰ ਹਾਈਵੇ ਜਾਂਦਾ ਉਹ ਕਰਨਾਲ ਵਾਲਾ ਪਹਿਲਾਂ ਹੀ ਡਾਇਵਰਟ ਕੀਤਾ ਹੋਇਆ। ਤਾਂ ਆਪਾਂ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਔਰ ਟੌਪ ਵਿਊ ਲੈਣ ਦੇ ਲਈ ਜਿਹੜਾ ਮੀਡੀਆ ਕਰਮੀ ਵੀ ਇੱਥੇ ਮੌਜੂਦ ਨੇ ਤਾਂ ਜੋ ਸਾਰਾ ਦਿਖਾਇਆ ਜਾ ਸਕੇ। ਤਾਂ ਇਸ ਤਰੀਕੇ ਦੇ ਨਾਲ ਪੂਰਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਪੁਲਿਸ ਦੀਆਂ ਗੱਡੀਆਂ ਨੇ। ਜੇਕਰ ਕੋਈ ਇਹਨਾਂ ਦੀ ਹਿਰਾਸਤ ਦੇ ਵਿੱਚ ਕਿਸੇ ਨੂੰ ਲੈਣਾ ਤਾਂ ਗੱਡੀਆਂ ਦੇ ਵਿੱਚ ਬਿਠਾਇਆ ਜਾਵੇਗਾ। ਤਾਂ ਬਿਲਕੁਲ ਇੱਥੇ ਵੀ ਦੂਸਰੇ ਨੰਬਰ ਤੇ ਫਿਰ ਇੱਥੇ ਟੀਅਰ ਗੈਸ ਦੇ ਉਹ ਭੀੜ ਨੂੰ ਖਦੇੜਨ ਦੇ ਲਈ ਟੀਅਰ ਗੈਸ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਜੇਕਰ ਅਜਿਹਾ ਹਾਲਾਤ ਬਣਦੇ ਨੇ ਕਿ ਜੋ ਮਾਹੌਲ ਹੈ ਉਹ ਓਵਰ ਕੰਟਰੋਲ ਹੋ ਗਿਆ ਤਾਂ ਇਹ ਵੀ ਪ੍ਰਬੰਧ ਕੀਤਾ ਜਾ ਸਕਦਾ। ਤਾਂ ਦੂਸਰੇ ਪਾਸੇ ਐਮਰਜੈਂਸੀ ਦੇ ਲਈ ਸਰਵਿਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਮੌਜੂਦ ਨੇ। ਐਮਰਜੈਂਸੀ ਵਾਟਰ ਪਾਣੀ ਦਾ ਇਸਤੇਮਾਲ ਕੀਤਾ ਜਾ ਸਕਦਾ ਤੇ ਕਿਸਾਨ ਜਿਹੜੇ ਲਗਾਤਾਰ ਆ ਰਹੇ ਨੇ। ਪਿੱਛੇ ਵੀ ਐਂਬੂਲੈਂਸ ਜਿਹੜੀਆਂ ਉਹ 2 ਹੋਰ ਖੜੀਆਂ ਹੋਈਆਂ, ਯਾਨੀ ਕਿ तमाम ਪੁਲਿਸ ਨੇ ਆਪਣੇ ਪ੍ਰਬੰਧ ਕੀਤੇ ਹੋਏ ਨੇ। ਔਰ ਇਹ ਘਟਨਾ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਨਾ ਹੋਵੇ ਜਾਂ ਫਿਰ ਇਸ ਘਟਨਾ ਜਿਹੜੀ ਹੈ ਸੋਸ਼ਲ ਮੀਡੀਆ ਤੇ ਕੋਈ ਅਜਿਹੀ ਚੀਜ਼ ਨਾ ਅਪਡੇਟ ਹੋ ਸਕੇ ਜੋ ਹਿੰਸਾ ਫੈਲਾਵੇ, ਜੋ ਘਰ ਬੈਠੇ ਲੋਕਾਂ ਨੂੰ ਉਕਸਾਵੇ, ਇੱਥੇ ਆਉਣ ਦੀ ਮਜਬੂਰ ਕਰੇ। ਇਹ ਸਭ ਜਿਹੜਾ ਆ ਦੇਖ ਸਕਦੇ ਹੋ ਤੁਸੀਂ। ਹੁਣ ਥੋੜਾ ਹਲਚਲ ਹੋਈ ਹੈ, ਹਲਚਲ ਵਧੀ ਹੈ। ਹਲਚਲ ਕਿਸ ਰਿਗਾਰਡਿੰਗ ਹੈ ਜਾਂ ਫਿਰ ਕੋਈ ਇਹਨਾਂ ਨੂੰ ਇੰਡੀਕੇਸ਼ਨ ਦੇਣਾ ਹੋਵੇਗਾ ਪ੍ਰਸ਼ਾਸਨ ਵੱਲੋਂ। ਇੰਡੀਕੇਸ਼ਨ ਦੇ ਤੌਰ ਦੇ ਉੱਪਰ ਜੋ ਵੀ ਹੋਏਗਾ ਅਸੀਂ ਲਗਭਗ ਤੁਹਾਨੂੰ ਹਰ ਇੱਕ ਦਿਖਾ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਤੁਸੀਂ ਸਮਝ ਗਏ ਹੋਵੋਗੇ ਕਿ ਕਰਨਾਲ ਦੇ ਵਿੱਚ ਕੀ ਸਥਿਤੀ ਹੈ ਔਰ ਕਿਵੇਂ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਜਿਹੜੀ ਹੈ ਉਹ ਪ੍ਰਬੰਧ ਕਰ ਰਹੀ ਹੈ। ਔਰ ਬੈਰੀਕੇਡ ਦੇਖ ਸਕਦੇ ਹੋ, ਪੁਲਿਸ ਦੀ ਡਿਪਲੋਇਮੈਂਟ ਵਧਾਈ ਗਈ ਹੈ ਕਿਉਂਕਿ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਹੁਣ ਥੋੜਾ ਇਹਨਾਂ ਨੂੰ ਜਵਾਨਾਂ ਨੂੰ ਇੰਡੀਕੇਸ਼ਨ ਦਿੱਤਾ ਜਾਵੇਗਾ ਕਿ ਜੇਕਰ ਮਾਹੌਲ ਖਰਾਬ ਹੁੰਦਾ ਹੈ ਜਾਂ ਫਿਰ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਵੇਂ ਦਾ ਰਹੇਗਾ। ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਹ ਕਰਨਾਲ ਦੀਆਂ ਤਸਵੀਰਾਂ ਹੈ। ਔਰ ਹੁਣ ਜਿਹੜਾ ਹੈ ਪੂਰਨ ਤੌਰ ਤੇ ਉੱਪਰ ਜਿਹੜਾ ਇੱਥੇ ਲਗਾ ਦਿੱਤੀ ਗਈ ਹੈ ਬੈਰੀਕੇਡਿੰਗ ਔਰ ਸੀਨੀਅਰ ਅਫਸਰ ਜਿਹੜੇ ਹੈ ਮੌਕੇ ਤੇ ਮੌਜੂਦ ਨੇ, ਉਹਨਾਂ ਦੀ ਨਿਗਰਾਨੀ ਦੇ ਹੇਠ ਸਭ ਕੁਝ ਹੋ ਰਿਹਾ। ਔਰ ਦੂਸਰੀ ਸਾਈਡ ਤੇ ਮਹਾ ਪੰਚਾਇਤ ਦੇ ਵਿੱਚ ਵੱਡੇ ਜਿਹੜੇ ਆ ਉਹ ਚਿਹਰੇ ਬੋਲ ਰਹੇ ਨੇ, ਸਰਕਾਰਾਂ ਦੇ ਖਿਲਾਫ ਭੜਾਸ ਕੱਢ ਰਹੇ ਨੇ, ਉਹ ਚਾਹੇ ਕੇਂਦਰ ਦੀ ਹੋਵੇ ਜਾਂ ਫਿਰ ਸੂਬੇ ਦੀ ਖੱਟਰ ਸਰਕਾਰ ਹੋਵੇ। ਤਾਂ ਵੱਡੇ ਜਿਹੜੇ ਆ ਉਹ ਭੜਾਸ ਕੱਢ ਰਹੇ ਨੇ। ਤਾਂ ਇਸੇ ਤਰ੍ਹਾਂ ਦੇਖ ਸਕਦੇ ਹੋ ਕਿ ਡਿਪਲੋਇਮੈਂਟ ਦੂਸਰੀ ਸਾਈਡ ਤੇ ਵੈਸੇ ਤੁਹਾਨੂੰ ਦਿਖਾ ਦਿੰਦੇ ਆ ਵੀ ਇੱਥੇ ਵੀ ਐਮਰਜੈਂਸੀ ਦੇ ਲਈ ਟਰੱਕ ਖੜੇ ਕੀਤੇ ਹੋਏ ਨੇ। ਫਿਰ ਟੀਅਰ ਗੈਸ ਦੇ ਗੋਲੇ ਦਾਗਣ ਦੇ ਲਈ ਵੀ ਪ੍ਰਬੰਧ ਕੀਤਾ ਹੋਇਆ। ਟਰੱਕ 2 ਖੜੇ ਹੋਏ ਨੇ ਇੱਥੇ ਵੀ ਰਸਤਾ ਬਲੌਕ ਕਰਨ ਦੇ ਲਈ।
ਤੇ ਜੇਕਰ ਕੋਈ ਅਜਿਹੀ ਸਥਿਤੀ ਬਣਦੀ ਹੈ ਕੰਟਰੋਲ 'ਚ ਰੱਖਣ ਦੇ ਲਈ ਇੱਧਰ ਬੈਰੀਕੇਡ ਹੈ। ਪੁਲਿਸ ਦੇ ਜਵਾਨ RAF ਦੇ ਟੀਮਾਂ ਇੱਥੇ ਤੈਨਾਤ ਹੈ। ਇਸੇ ਤਰ੍ਹਾਂ ਪੂਰੇ ਜਿੰਨਾ ਵੀ ਇੱਥੇ ਗਰਾਊਂਡ ਹੈ ਉਸ ਨੂੰ ਪੂਰਾ ਕਵਰ ਕੀਤਾ ਹੋਇਆ ਇਸ ਸੀਨੀਅਰ ਅਧਿਕਾਰੀਆਂ ਦੀ ਦੇਖ ਰੇਖ ਦੇ ਵਿੱਚ ਇਹ ਸਭ ਕੁਝ ਕੀਤਾ ਜਾ ਰਿਹਾ ਔਰ ਬੈਰੀਕੇਡ ਥੋੜ੍ਹੇ ਜਿਹੇ ਸਾਈਡ ਤੇ ਕੀਤੇ ਗਏ ਨੇ ਕਿ ਰਸ਼ ਜਿਹੜਾ ਹੈ ਉਹ ਟ੍ਰੈਫਿਕ ਜੋ ਆ ਜਾ ਰਹੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆ ਸਕੇ। ਇਸੇ ਤਰ੍ਹਾਂ ਵਾਟਰ ਕੈਨਨ ਦਾ ਇੱਧਰ ਤੁਸੀਂ ਲਾਈਵ ਦੇਖ ਰਹੇ ਹੋ ਗਰਾਊਂਡ ਜ਼ੀਰੋ ਤੋਂ ਕਰਨਾਲ ਦੇ ਹਾਲਾਤ ਕੀ ਨੇ। ਜੇਕਰ ਕੋਈ ਅਜਿਹਾ ਮਾਹੌਲ ਬਣਦਾ ਹੈ ਤਾਂ ਕੀ ਕੁਝ ਕੀਤਾ ਜਾ ਸਕਦਾ। ਪੁਲਿਸ ਦੇ ਪ੍ਰਬੰਧ ਦੇ ਸਕਦੇ ਹੋ ਜਵਾਨ ਜਿਹੜੇ ਆ ਪਾਣੀ ਦਾ ਪ੍ਰਬੰਧ ਵੀ ਹੈ ਜਵਾਨਾਂ ਦੇ ਲਈ ਔਰ ਇਸੇ ਤਰ੍ਹਾਂ ਦੂਸਰੀ ਸਾਈਡ ਤੇ ਕਿਸਾਨ ਵੀ ਆ ਜਾ ਰਹੇ ਨੇ ਔਰ ਫੋਰਸਿਸ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਕਿ ਕਿਵੇਂ ਹੋਵੇਗਾ। ਕਿਸਾਨ ਦੇਖ ਸਕਦੇ ਹੋ ਕਿਵੇਂ ਆ ਰਹੇ ਨੇ ਆ ਜਾ ਰਹੇ ਨੇ ਔਰ ਸਥਾਨਕ ਲੋਕ ਵੀ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ। ਤਾਂ ਇਸੇ ਤਰ੍ਹਾਂ ਹੁਣ ਜੇਕਰ ਹਾਲਾਤ ਵਿਗੜਦੇ ਨੇ ਜੇਕਰ ਸਟੇਜ ਦੇ ਉੱਪਰ ਕੋਈ ਅਜਿਹਾ ਹੁੰਦਾ ਹੈ ਕਿ ਅਸੀਂ ਮੂਵ ਕਰਨਾ ਹੈ ਸੈਕਟਰੀਏਟ ਵੱਲ ਜੇਕਰ ਮੀਟਿੰਗ ਜੋ ਚੱਲ ਰਹੀ ਹੈ 11 ਮੈਂਬਰੀ ਕਮੇਟੀ ਦੀ ਉਸ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਕੋਈ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਕੋਈ ਨਾ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਕਿਸਾਨਾਂ ਵੱਲੋਂ ਔਰ ਕੋਈ ਉਸ ਨੂੰ ਦੇਖਦੇ ਹੋਏ ਪੁਲਿਸ ਦੀ ਨਾ ਭਾਰੀ ਫੋਰਸ ਜਿਹੜੀ ਹੈ ਉਹ ਤੈਨਾਤ ਕੀਤੀ ਗਈ ਹੈ ਤਾਂ ਜੋ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉਹ ਮਾਹੌਲ ਨਾ ਵਿਗੜੇ। ਜਿਵੇਂ ਬਾਕੀ ਜਗ੍ਹਾ ਜਿਵੇਂ ਕਰਨਾਲ ਦੇ ਵਿੱਚ ਹੋਇਆ ਸੀ ਉਵੇਂ ਗੁਰੇਜ਼ ਕੀਤਾ ਜਾਵੇ। ਉਸ ਲਾਠੀ ਚਾਰਜ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਕਿਸਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਵੱਡਾ ਕਾਫਲਾ ਜਿਹੜਾ ਵੱਡੇ ਤਾਦਾਦ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਔਰ ਪੁਲਿਸ ਦਾ ਪੈਰਾ ਵੀ ਜਿਹੜਾ ਹੈ ਕਾਫੀ ਸਟਰੋਂਗ ਹੈ। ਤੁਸੀਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਕੱਲੀ ਗੱਲ ਸਮਝ ਕੇ ਹੋਵੋਗੇ ਕਿ ਕਰਨਾਲ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਔਰ ਕਰਨਾਲ ਦੇ ਹਾਲਾਤ ਕੀ ਨੇ। ਜੇਕਰ ਕੋਈ ਅਜਿਹਾ ਮਾਹੌਲ ਬਣਦਾ ਹੈ ਤਾਂ ਕੀ ਕੁਝ ਕੀਤਾ ਜਾ ਸਕਦਾ। ਪੁਲਿਸ ਦੇ ਪ੍ਰਬੰਧ ਦੇ ਸਕਦੇ ਹੋ ਜਵਾਨ ਜਿਹੜੇ ਆ ਪਾਣੀ ਦਾ ਪ੍ਰਬੰਧ ਵੀ ਹੈ ਜਵਾਨਾਂ ਦੇ ਲਈ ਔਰ ਇਸੇ ਤਰ੍ਹਾਂ ਦੂਸਰੀ ਸਾਈਡ ਤੇ ਕਿਸਾਨ ਵੀ ਆ ਜਾ ਰਹੇ ਨੇ ਔਰ ਫੋਰਸਿਸ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਕਿ ਕਿਵੇਂ ਹੋਵੇਗਾ। ਕਿਸਾਨ ਦੇਖ ਸਕਦੇ ਹੋ ਕਿਵੇਂ ਆ ਰਹੇ ਨੇ ਆ ਜਾ ਰਹੇ ਨੇ ਔਰ ਸਥਾਨਕ ਲੋਕ ਵੀ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ। ਤਾਂ ਇਸੇ ਤਰ੍ਹਾਂ ਹੁਣ ਜੇਕਰ ਹਾਲਾਤ ਵਿਗੜਦੇ ਨੇ ਜੇਕਰ ਸਟੇਜ ਦੇ ਉੱਪਰ ਕੋਈ ਅਜਿਹਾ ਹੁੰਦਾ ਹੈ ਕਿ ਅਸੀਂ ਮੂਵ ਕਰਨਾ ਹੈ ਸੈਕਟਰੀਏਟ ਵੱਲ ਜੇਕਰ ਮੀਟਿੰਗ ਜੋ ਚੱਲ ਰਹੀ ਹੈ 11 ਮੈਂਬਰੀ ਕਮੇਟੀ ਦੀ ਉਸ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਕੋਈ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਕੋਈ ਨਾ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਕਿਸਾਨਾਂ ਵੱਲੋਂ ਔਰ ਕੋਈ ਉਸ ਨੂੰ ਦੇਖਦੇ ਹੋਏ ਪੁਲਿਸ ਦੀ ਨਾ ਭਾਰੀ ਫੋਰਸ ਜਿਹੜੀ ਹੈ ਉਹ ਤੈਨਾਤ ਕੀਤੀ ਗਈ ਹੈ ਤਾਂ ਜੋ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉਹ ਮਾਹੌਲ ਨਾ ਵਿਗੜੇ। ਜਿਵੇਂ ਬਾਕੀ ਜਗ੍ਹਾ ਜਿਵੇਂ ਕਰਨਾਲ ਦੇ ਵਿੱਚ ਹੋਇਆ ਸੀ ਉਵੇਂ ਗੁਰੇਜ਼ ਕੀਤਾ ਜਾਵੇ। ਉਸ ਲਾਠੀ ਚਾਰਜ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਕਿਸਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਵੱਡਾ ਕਾਫਲਾ ਜਿਹੜਾ ਵੱਡੇ ਤਾਦਾਦ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਔਰ ਪੁਲਿਸ ਦਾ ਪੈਰਾ ਵੀ ਜਿਹੜਾ ਹੈ ਕਾਫੀ ਸਟਰੋਂਗ ਹੈ। ਤੁਸੀਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਕੱਲੀ ਗੱਲ ਸਮਝ ਕੇ ਹੋਵੋਗੇ ਕਿ ਕਰਨਾਲ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਔਰ ਕਿਵੇਂ ਪੁਲਿਸ ਨੇ ਆਪਣੀ ਨਾਕਾਬੰਦੀ ਕੀਤੀ ਹੋਈ ਹੈ ਕਿਵੇਂ ਰੋਕਣਾ ਹੈ। ਇਹ ਸਾਰਾ ਪਲਾਨ ਜਿਹੜਾ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਇਆ। ਹੋਰ तमाम ਜਾਣਕਾਰੀ ਲਈ ਹੋਰ ਤੁਸੀਂ ਕੀ ਕੁਝ ਹੋ ਰਿਹਾ ਕਰਨਾਲ ਦੇ ਵਿੱਚ ਜਾਂ ਹੋਰ ਖਬਰਾਂ ਦੇਖਣ ਦੀ ਲਗਾਤਾਰ ਬਣੇ ਰਹੋ ਜਗਬਾਣੀ TV ਦੇ ਨਾਲ। ਕੈਮਰਾ ਪਰਸਨ ਮੋਨੂ ਦੇ ਨਾਲ ਰਾਹੁਲ ਕਾਲਾ, ਜਗਬਾਣੀ TV ਕਰਨਾਲ।